ਹੈਲੋ ਬੱਚੋ, ਕਿਵੇਂ ਹੋ? ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਗ੍ਰਹਿ ਵਿਗਿਆਨ ਦੀ 8ਵੀਂ ਜਮਾਤ ਦਾ ਤੀਜਾ ਪਾਠ ਭੋਜਨ ਦੀ ਸੰਭਾਲ ਦੇ ਸਾਰ ਅਤੇ ਪ੍ਰਸ਼ਨ ਉੱਤਰ ਕਰਾਂਗੇ। ਸਾਰ। ਪਹਿਲਾ ਪੁਆਇੰਟ, ਬੈਕਟੀਰੀਆ ਭੋਜਨ ਨੂੰ ਕੌੜਾ ਕਰ ਦਿੰਦੇ ਹਨ। ਦੂਸਰਾ, ਉੱਲੀ ਨਮੀ ਵਾਲੇ ਪਦਾਰਥਾਂ ਨੂੰ ਲੱਗਦੀ ਹੈ। ਤੀਸਰਾ, ਖਮੀਰ ਸਟਾਰਚ ਵਾਲੇ ਭੋਜਨ ਨੂੰ ਐਲਕੋਹਲ ਤੇ ਕਾਰਬਨ ਡਾਈਆਕਸਾਈਡ ਵਿੱਚ ਬਦਲ ਦਿੰਦਾ ਹੈ। ਚੌਥਾ, ਚੂਹੇ, ਕੀੜੀਆਂ, ਸੁਸਰੀ, ਡੋਰਾ ਤੇ ਮਿੱਟੀ ਵੀ ਭੋਜਨ ਖਰਾਬ ਕਰਦੇ ਹਨ। ਪੰਜਵਾਂ, ਸੁਰੱਖਿਅਤ ਰੱਖਣ ਲਈ ਭੋਜਨ ਨੂੰ ਠੰਡੀ ਥਾਂ, ਫਰਿੱਜ ਆਦਿ ਵਿੱਚ ਰੱਖਣਾ ਚਾਹੀਦਾ ਹੈ। ਛੇਵਾਂ ਪੁਆਇੰਟ, ਭੋਜਨ ਨੂੰ ਚੂਹੇ, ਕੀੜੀਆਂ, ਡੋਰੇ ਤੋਂ ਬਚਾਉਣਾ ਚਾਹੀਦਾ ਹੈ। ਸੱਤਵਾਂ ਪੁਆਇੰਟ, ਪਦਾਰਥਾਂ ਨੂੰ ਧੋ ਕੇ ਖਾਓ, ਜ਼ਮੀਨ 'ਤੇ ਨਹੀਂ ਰੱਖਣਾ ਚਾਹੀਦਾ। ਮਾਸ, ਮੱਛੀ ਆਦਿ ਨੂੰ ਤਾਰਾਂ ਵਾਲੀ ਟੋਕਰੀ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ। ਮੱਖੀ ਨਹੀਂ ਬੈਠਣ ਦੇਣੀ ਚਾਹੀਦੀ। ਮੱਖਣ ਤੇ ਘਿਓ ਦੀ ਖਟਿਆਈ ਦੂਰ ਕਰਕੇ ਠੰਡੀ ਥਾਂ 'ਤੇ ਰੱਖਣਾ ਚਾਹੀਦਾ ਹੈ। ਹੁਣ ਹੈ ਵਸਤੂਨਿਸ਼ਟ ਪ੍ਰਸ਼ਨ। ਪ੍ਰਸ਼ਨ ਨੰਬਰ 1, ਬੈਕਟੀਰੀਆ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦਾ ਹੈ? ਉੱਤਰ, ਬੈਕਟੀਰੀਆ ਭੋਜਨ ਨੂੰ ਕੌੜਾ ਕਰ ਦਿੰਦੇ ਹਨ। ਪ੍ਰਸ਼ਨ 2, ਉੱਲੀ ਕਿਹੜੇ ਖਾਣ ਵਾਲੇ ਪਦਾਰਥਾਂ ਨੂੰ ਲੱਗਦੀ ਹੈ? ਉੱਤਰ, ਉੱਲੀ ਨਮੀ ਵਾਲੇ ਪਦਾਰਥਾਂ ਨੂੰ ਲੱਗਦੀ ਹੈ। ਪ੍ਰਸ਼ਨ 3, ਤਾਪ ਵਧਾ ਕੇ ਖਾਦ ਪਦਾਰਥਾਂ ਨੂੰ ਸੁਰੱਖਿਅਤ ਕਰਨ ਦੀ ਕਿਸੇ ਇੱਕ ਵਿਧੀ ਦਾ ਨਾਂ ਲਿਖੋ। ਉੱਤਰ, ਪਾਸਚੁਰੀਕਰਨ ਵਿਧੀ ਨਾਲ ਦੁੱਧ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਪ੍ਰਸ਼ਨ 4, ਮੱਖਣ ਅਤੇ ਘਿਓ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ? ਉੱਤਰ, ਮੱਖਣ ਅਤੇ ਘਿਓ ਦੀ ਖਟਿਆਈ ਦੂਰ ਕਰਕੇ ਠੰਡੀ ਥਾਂ ਰੱਖਣਾ ਚਾਹੀਦਾ ਹੈ। ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ 5, ਮਾਸ, ਮੱਛੀ, ਸਬਜ਼ੀਆਂ, ਫਲਾਂ ਨੂੰ ਟੋਕਰੀ ਵਿੱਚ ਪਾ ਕੇ ਜ਼ਮੀਨ 'ਤੇ ਕਿਉਂ ਨਹੀਂ ਰੱਖਣਾ ਚਾਹੀਦਾ ਅਤੇ ਇਹ ਧੋ ਕੇ ਕਿਉਂ ਵਰਤਣੇ ਚਾਹੀਦੇ ਹਨ? ਉੱਤਰ, ਰੋਗਾਂ ਦੇ ਜਰਮ ਮਾਸ ਮੱਛੀ 'ਤੇ ਬੜੀ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਅਸਰ ਨਾਲ ਇਹਨਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ। ਇਸ ਲਈ ਇਹਨਾਂ ਨੂੰ ਟੋਕਰੀ ਵਿੱਚ ਪਾ ਕੇ ਲਟਕਾ ਕੇ ਰੱਖਣਾ ਚਾਹੀਦਾ ਹੈ। ਫਲਾਂ ਉੱਤੇ ਕੀਟਾਣੂ ਲੱਗੇ ਹੁੰਦੇ ਹਨ, ਇਸ ਲਈ ਇਹਨਾਂ ਨੂੰ ਧੋ ਕੇ ਵਰਤਣੇ ਚਾਹੀਦੇ ਹਨ। ਪ੍ਰਸ਼ਨ 6, ਦੁੱਧ ਬਿਮਾਰੀਆਂ ਕਿਵੇਂ ਫੈਲਾਉਂਦਾ ਹੈ ਤੇ ਬਚਣ ਲਈ ਕੀ ਕਰਨਾ ਚਾਹੀਦਾ ਹੈ? ਉੱਤਰ, ਦੁੱਧ ਵਿੱਚ ਬੈਕਟੀਰੀਆ ਛੇਤੀ ਪਲਦੇ ਹਨ। ਇਸ ਤਰ੍ਹਾਂ ਪੈਚਿਸ, ਟਾਈਫਾਈਡ ਫੈਲਣ ਦਾ ਖਤਰਾ ਰਹਿੰਦਾ ਹੈ। ਦੁੱਧ ਨੂੰ 1 ਮਿੰਟ ਤੱਕ ਉਬਾਲ ਕੇ ਬੈਕਟੀਰੀਆ ਮਾਰ ਦੇਣੇ ਚਾਹੀਦੇ ਹਨ। ਪ੍ਰਸ਼ਨ 7, ਫਰਿੱਜ ਦੀ ਕੀ ਲੋੜ ਹੈ? ਉੱਤਰ, ਫਰਿੱਜ ਕੱਚੀ ਤੇ ਪੱਕੀ ਸਬਜ਼ੀ, ਦੁੱਧ, ਮੱਖਣ, ਪਨੀਰ, ਅੰਡਾ, ਮੱਛੀ ਤੇ ਫਲਾਂ ਨੂੰ ਘੱਟ ਤਾਪਮਾਨ 'ਤੇ ਸੁਰੱਖਿਅਤ ਰੱਖਣ ਦਾ ਆਧੁਨਿਕ ਯੰਤਰ ਹੈ। ਪ੍ਰਸ਼ਨ 8, ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੈ? ਉੱਤਰ, ਦੁੱਧ ਵਿੱਚ ਹਾਨੀਕਾਰਕ ਬੈਕਟੀਰੀਆ ਹੁੰਦੇ ਹਨ ਜੋ ਕਿ ਦੁੱਧ ਨੂੰ ਖਰਾਬ ਕਰ ਦਿੰਦੇ ਹਨ। ਦੁੱਧ ਨੂੰ ਜ਼ਿਆਦਾ ਦੇਰ ਤੱਕ ਸੁਰੱਖਿਅਤ ਰੱਖਣ ਲਈ ਉਬਾਲਿਆ ਜਾਂਦਾ ਹੈ। ਪ੍ਰਸ਼ਨ 9, ਭੋਜਨਾਂ ਦੀ ਨਮੀ ਦੂਰ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ? ਉੱਤਰ, ਨਮੀ ਵਾਲੇ ਭੋਜਨ ਪਦਾਰਥਾਂ ਨੂੰ ਉੱਲੀ ਲੱਗ ਜਾਂਦੀ ਹੈ ਅਤੇ ਭੋਜਨ ਨੂੰ ਖਰਾਬ ਕਰ ਦਿੰਦੀ ਹੈ। ਜੇਕਰ ਭੋਜਨ ਪਦਾਰਥਾਂ ਦੀ ਨਮੀ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਇਹ ਜ਼ਿਆਦਾ ਦਿਨ ਤੱਕ ਸੁਰੱਖਿਅਤ ਰਹਿ ਸਕਦੇ ਹਨ। ਪ੍ਰਸ਼ਨ 10, ਖਾਦ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ? ਉੱਤਰ, ਭੋਜਨ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਨਾਲ ਉਸ ਵਿੱਚ ਪਲਣ ਵਾਲੇ ਉੱਲੀ, ਖਮੀਰ ਤੇ ਬੈਕਟੀਰੀਆ ਦਾ ਵਾਧਾ ਰੁਕ ਜਾਂਦਾ ਹੈ ਤੇ ਭੋਜਨ ਜ਼ਿਆਦਾ ਦੇਰ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਪ੍ਰਸ਼ਨ 11, ਘੱਟ ਤਾਪਮਾਨ ਜਾਂ ਫਰਿੱਜ ਵਗੈਰਾ ਦੀ ਵਰਤੋਂ ਨਾਲ ਭੋਜਨ ਪਦਾਰਥ ਸੁਰੱਖਿਅਤ ਕਿਉਂ ਹੋ ਜਾਂਦੇ ਹਨ? ਉੱਤਰ, ਭੋਜਨ ਪਦਾਰਥਾਂ ਨੂੰ ਖਰਾਬ ਕਰਨ ਵਾਲੇ ਬੈਕਟੀਰੀਆ ਸਰੀਰ ਦੇ ਖੂਨ ਦੇ ਤਾਪਮਾਨ ਦੇ ਬਰਾਬਰ ਹੀ ਪਲਦੇ ਹਨ। ਜੇਕਰ ਭੋਜਨ ਦਾ ਤਾਪਮਾਨ ਘੱਟ ਕਰ ਦਿੱਤਾ ਜਾਵੇ ਜਾਂ ਬੈਕਟੀਰੀਆ ਖਤਮ ਹੋ ਜਾਂਦੇ ਹਨ ਅਤੇ ਜ਼ਿਆਦਾ ਦੇਰ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਪ੍ਰਸ਼ਨ 12, ਕੱਚਾ ਦੁੱਧ ਜਲਦੀ ਖਰਾਬ ਹੋ ਜਾਂਦਾ ਹੈ ਜਦੋਂ ਕਿ ਉਬਾਲਿਆ ਹੋਇਆ ਦੇਰ ਨਾਲ, ਕਿਉਂ? ਉੱਤਰ, 12, ਦੁੱਧ ਵਿੱਚ ਹਾਨੀਕਾਰਕ ਬੈਕਟੀਰੀਆ ਹੁੰਦੇ ਹਨ ਜੋ ਕਿ ਦੁੱਧ ਨੂੰ ਖਰਾਬ ਕਰ ਦਿੰਦੇ ਹਨ। ਦੁੱਧ ਨੂੰ ਜ਼ਿਆਦਾ ਦੇਰ ਤੱਕ ਸੁਰੱਖਿਅਤ ਰੱਖਣ ਲਈ ਉਬਾਲਿਆ ਜਾਂਦਾ ਹੈ। ਨਿਬੰਧਾਤਮਕ ਪ੍ਰਸ਼ਨ। ਪ੍ਰਸ਼ਨ 13, ਭੋਜਨ ਖਰਾਬ ਹੋਣ ਦੇ ਕੀ ਕਾਰਨ ਹਨ? ਉੱਤਰ, ਭੋਜਨ ਖਰਾਬ ਹੋਣ ਦੇ ਕਾਰਨ।
ਪਹਿਲਾ, ਜੇ ਭੋਜਨ ਵਿੱਚ ਬੈਕਟੀਰੀਆ ਜਾਂ ਜਰਮ ਪੈਦਾ ਹੋ ਜਾਣ ਤਾਂ ਭੋਜਨ ਖਰਾਬ ਹੋ ਜਾਂਦੇ ਹਨ। ਆਮ ਤੌਰ 'ਤੇ ਇਹ ਕੌੜੇ ਹੋ ਜਾਂਦੇ ਹਨ ਅਤੇ ਬਹੁਤ ਭੈੜੀ ਬਦਬੂ ਆਉਣ ਲੱਗ ਜਾਂਦੀ ਹੈ। 2, ਉੱਲੀ ਨਾਲ ਵੀ ਅਚਾਰ, ਜੈਮ, ਜੈਲੀ ਖਰਾਬ ਹੋ ਜਾਂਦੇ ਹਨ। ਉੱਲੀ ਖਾਣ ਵਾਲੀਆਂ ਉਹਨਾਂ ਚੀਜ਼ਾਂ ਨੂੰ ਲੱਗਦੀ ਹੈ ਜਿਨ੍ਹਾਂ ਵਿੱਚ ਨਮੀ ਹੋਵੇ। ਉੱਲੀ ਵਾਲੀਆਂ ਚੀਜ਼ਾਂ ਦਾ ਸਵਾਦ ਵੀ ਖਰਾਬ ਹੋ ਜਾਂਦਾ ਹੈ ਅਤੇ ਨੁਕਸਾਨ ਵੀ ਪਹੁੰਚਾਉਂਦੀਆਂ ਹਨ। ਤੀਜਾ, ਖਮੀਰ ਸਟਾਰਚ ਨੂੰ ਸ਼ੱਕਰ ਵਿੱਚ ਬਦਲ ਕੇ ਅਤੇ ਸ਼ੱਕਰ ਨੂੰ ਐਲਕੋਹਲ ਵਿੱਚ ਬਦਲ ਕੇ ਕਾਰਬਨ ਡਾਈਆਕਸਾਈਡ ਵਿੱਚ ਬਦਲ ਦਿੰਦਾ ਹੈ। ਅਜਿਹੇ ਪਦਾਰਥ ਹਾਨੀ ਪਹੁੰਚਾਉਂਦੇ ਹਨ। ਚੌਥਾ, ਕੀੜੀਆਂ ਅਤੇ ਹੋਰ ਕੀੜੇ ਮਕੌੜੇ ਪੈ ਜਾਣ ਨਾਲ ਅਤੇ ਮਿੱਟੀ ਪੈਣ ਨਾਲ ਵੀ ਭੋਜਨ ਖਰਾਬ ਹੋ ਜਾਂਦਾ ਹੈ। ਪੰਜਵਾਂ, ਸੁਸਰੀ, ਡੋਰਾ, ਚੂਹੇ ਵੀ ਭੋਜਨ ਨੂੰ ਖਰਾਬ ਕਰਦੇ ਹਨ। ਮੱਖੀਆਂ ਬੈਠਣ ਨਾਲ ਭੋਜਨ ਖਰਾਬ ਹੋ ਜਾਂਦਾ ਹੈ। ਪ੍ਰਸ਼ਨ 14, ਭੋਜਨ ਨੂੰ ਠੀਕ ਤਰ੍ਹਾਂ ਸੰਗ੍ਰਹਿ ਕਰਨ ਦੇ ਘਰੇਲੂ ਤਰੀਕੇ ਦੱਸੋ। ਉੱਤਰ, ਭੋਜਨ ਨੂੰ ਚੰਗੀ ਤਰ੍ਹਾਂ ਸਟੋਰ ਕਰਨ ਦੇ ਢੰਗ। ਪਹਿਲਾ, ਦੁੱਧ ਵਿੱਚ ਬੈਕਟੀਰੀਆ ਛੇਤੀ ਪਲਦੇ ਹਨ। ਇਸ ਤਰ੍ਹਾਂ ਪੈਚਿਸ, ਟਾਈਫਾਈਡ ਫੈਲਣ ਦਾ ਖਤਰਾ ਰਹਿੰਦਾ ਹੈ। ਸੋ ਦੁੱਧ ਨੂੰ 1 ਮਿੰਟ ਤੱਕ ਉਬਾਲ ਕੇ ਬੈਕਟੀਰੀਆ ਮਾਰ ਦੇਣੇ ਚਾਹੀਦੇ ਹਨ। ਦੂਜਾ, ਮੱਖਣ ਅਤੇ ਘਿਓ ਵਿੱਚ ਖਟਿਆਈ ਕੱਢ ਦੇਣੀ ਚਾਹੀਦੀ ਹੈ ਅਤੇ ਗਿੱਲੀ ਮਲਮਲ ਨਾਲ ਢੱਕ ਕੇ ਜਾਂ ਫਰਿੱਜ ਵਿੱਚ ਰੱਖਣਾ ਚਾਹੀਦਾ ਹੈ। ਕੀੜੀਆਂ ਮਕੌੜਿਆਂ ਤੋਂ ਬਚਾਉਣ ਲਈ ਪਾਣੀ ਦੇ ਬਰਤਨ ਵਿੱਚ ਮੱਖਣ, ਘਿਓ, ਸ਼ਹਿਦ ਨੂੰ ਰੱਖ ਕੇ ਜਾਲੀ ਵਿੱਚ ਰੱਖਣਾ ਚਾਹੀਦਾ ਹੈ। ਤੀਜਾ, ਸਬਜ਼ੀਆਂ ਅਤੇ ਫਲ। ਅਣਧੋਤੇ ਸਬਜ਼ੀਆਂ ਅਤੇ ਫਲ ਖਾਣ ਨਾਲ ਕਈ ਵਾਰ ਕੀੜੇ ਸਾਡੇ ਅੰਦਰ ਪਹੁੰਚ ਜਾਂਦੇ ਹਨ। ਇਸ ਲਈ ਜੇ ਸਬਜ਼ੀ ਨੂੰ ਕੱਚਾ ਖਾਣਾ ਹੋਵੇ ਤਾਂ ਸਦਾ ਲਾਲ ਦਵਾਈ ਨਾਲ ਧੋ ਕੇ ਖਾਣਾ ਚਾਹੀਦਾ ਹੈ। ਸਬਜ਼ੀਆਂ ਅਤੇ ਫਲਾਂ ਨੂੰ ਤਾਰਾਂ ਵਾਲੀ ਟੋਕਰੀ ਵਿੱਚ ਪਾ ਕੇ ਕਿਸੇ ਅਜਿਹੀ ਥਾਂ ਲਟਕਾਉਣਾ ਚਾਹੀਦਾ ਹੈ ਜਿੱਥੇ ਚੂਹੇ ਖਰਾਬ ਨਾ ਕਰਨ ਅਤੇ ਹਵਾ ਲੱਗਦੀ ਰਹੇ। ਚੌਥਾ, ਅਨਾਜ ਅਤੇ ਦਾਲਾਂ। ਅਨਾਜ ਨੂੰ ਬੋਰੀ ਜਾਂ ਟਿਨ ਦੇ ਡੱਬੇ ਵਿੱਚ ਵੱਡੇ ਢੋਲ ਵਿੱਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ। ਕਣਕ ਭਰਦੇ ਸਮੇਂ ਮੇਥੀ ਜਾਂ ਨਿੰਮ ਦੇ ਪੱਤੇ ਸੁਕਾ ਕੇ ਪੀਹ ਕੇ ਬੀਜ ਰਲਾ ਦੇਣੇ ਚਾਹੀਦੇ ਹਨ ਅਤੇ ਬੋਰੀ ਦੇ ਆਲੇ ਦੁਆਲੇ ਤੂੜੀ ਲਾ ਦੇਣੀ ਚਾਹੀਦੀ ਹੈ। ਦਾਲਾਂ ਨੂੰ ਸਮੇਂ-ਸਮੇਂ ਸਿਰ ਧੁੱਪ ਲਵਾਉਣੀ ਚਾਹੀਦੀ ਹੈ। ਜੇ ਕੀੜਾ ਆਦਿ ਲੱਗ ਜਾਵੇ ਤਾਂ ਧੋ ਕੇ ਢੋਲ ਜਾਂ ਪੀਪਿਆਂ ਵਿੱਚ ਪਾਉਣਾ ਚਾਹੀਦਾ ਹੈ। ਪੰਜਵਾਂ, ਮਾਸ ਅਤੇ ਮੱਛੀ। ਰੋਗਾਂ ਦੇ ਜਰਮ ਮਾਸ ਮੱਛੀ 'ਤੇ ਬੜੀ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਅਸਰ ਨਾਲ ਇਹਨਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ। ਛੋਟੀ ਲਟਕਣ ਵਾਲੀ ਡੋਲੀ ਵਿੱਚ ਰੱਖ ਕੇ ਠੰਡੀ ਥਾਂ ਰੱਖ ਸਕੇ ਤਾਂ ਬਹੁਤ ਚੰਗਾ ਹੈ। ਪ੍ਰਸ਼ਨ 15, ਭੋਜਨ ਨੂੰ ਸੁਰੱਖਿਅਤ ਰੱਖਣ ਦੇ ਸਿਧਾਂਤ ਬਾਰੇ ਦੱਸੋ। ਉੱਤਰ, ਭੋਜਨ ਨੂੰ ਚੰਗੀ ਤਰ੍ਹਾਂ ਸਟੋਰ ਕਰਨ ਦੇ ਸਿਧਾਂਤ। ਪਹਿਲਾ, ਖਾਦ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਕੇ। ਉੱਲੀ, ਖਮੀਰ ਅਤੇ ਬੈਕਟੀਰੀਆ ਨੂੰ ਰੋਕਣ ਲਈ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰ ਦੇਣੀ ਚਾਹੀਦੀ ਹੈ। ਇਸ ਲਈ ਅਚਾਰ ਵਿੱਚ ਮਸਾਲੇ ਪਾਏ ਜਾਂਦੇ ਹਨ। ਤੇਲ, ਸਿਰਕਾ, ਖੰਡ, ਸ਼ੱਕਰ ਅਤੇ ਲੂਣ ਇਸ ਕੰਮ ਲਈ ਵਰਤੇ ਜਾਂਦੇ ਹਨ। ਦੂਜਾ, ਨਮੀ ਦੂਰ ਕਰਕੇ। ਜਿਵੇਂ ਉੱਪਰ ਪੜ੍ਹਿਆ ਕਿ ਨਮੀ ਵਾਲੇ ਪਦਾਰਥਾਂ ਵਿੱਚ ਉੱਲੀ ਲੱਗ ਜਾਂਦੀ ਹੈ ਜਾਂ ਖਮੀਰ ਉੱਠ ਜਾਂਦਾ ਹੈ, ਸੋ ਭੋਜਨ ਨੂੰ ਸੁਰੱਖਿਅਤ ਕਰਨ ਲਈ ਭੋਜਨ ਦੀ ਨਮੀ ਦੂਰ ਕਰਨੀ ਚਾਹੀਦੀ ਹੈ। ਸਬਜ਼ੀਆਂ, ਫਲ ਚੰਗੀ ਤਰ੍ਹਾਂ ਸੁਕਾ ਕੇ ਹੀ ਇਕੱਤਰ ਕਰਨੇ ਚਾਹੀਦੇ ਹਨ। ਦਾਲਾਂ ਅਤੇ ਅਨਾਜ ਨੂੰ ਸਮੇਂ-ਸਮੇਂ ਸਿਰ ਧੁੱਪ ਅਤੇ ਹਵਾ ਲਵਾ ਲੈਣੀ ਚਾਹੀਦੀ ਹੈ। ਤੀਜਾ ਪੁਆਇੰਟ, ਤਾਪਮਾਨ ਵਧਾ ਜਾਂ ਘਟਾ ਕੇ। ਬੈਕਟੀਰੀਆ ਉਸ ਭੋਜਨ ਵਿੱਚ ਹੁੰਦੇ ਹਨ ਜਿਸ ਦਾ ਤਾਪਮਾਨ ਸਰੀਰਕ ਖੂਨ ਦੇ ਤਾਪਮਾਨ ਦੇ ਬਰਾਬਰ ਹੁੰਦਾ ਹੈ। ਇਸ ਲਈ ਭੋਜਨ ਦਾ ਤਾਪਮਾਨ ਵਧਾ ਦੇਣਾ ਚਾਹੀਦਾ ਹੈ ਜਾਂ ਘੱਟ ਕਰ ਦੇਣਾ ਚਾਹੀਦਾ ਹੈ। ਜੇ ਭੋਜਨ ਨੂੰ 0 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਿੱਚ ਰੱਖਿਆ ਜਾਵੇ ਤਾਂ ਬੈਕਟੀਰੀਆ ਵੱਧਦੇ ਨਹੀਂ। ਇਸ ਲਈ ਫਰਿੱਜ ਅਤੇ ਬਰਫ਼ ਸੰਦੂਕ, ਆਈਸ ਬਾਕਸ ਵਰਤੇ ਜਾਂਦੇ ਹਨ। ਅੱਛਾ ਬੱਚੋ, ਆਪਣਾ ਇਹ ਤੀਜਾ ਪਾਠ ਭੋਜਨ ਦੀ ਸੰਭਾਲ ਦੇ ਪ੍ਰਸ਼ਨ ਉੱਤਰ ਇੱਥੇ ਹੀ ਖਤਮ ਹੁੰਦੇ ਹੈ। ਤੁਸੀਂ ਇਹਨਾਂ ਨੂੰ ਆਪਣੀ ਨੋਟਬੁੱਕ 'ਤੇ ਕਰਨਾ ਹੈ। ਤੁਸੀਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਹੈ। ਤੁਸੀਂ ਮੇਰੀ ਵੀਡੀਓ ਵੇਖ ਲੈਂਦੇ ਹੋ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਵੇਖੀ ਹੈ।